ਅਸੀਂ ਜਦੋਂ ਸਿੱਖ ਧਰਮ ਨੂੰ ਪਰਿਭਾਸ਼ਿਤ ਕਰਦੇ ਹਾਂ ਤਾਂ ਚਾਰ ਬੁਨਿਆਦੀ ਤੌਰ ਤੇ ਅਸੀਂ ਗੱਲਾਂ ਕਹਿੰਦੇ ਹਾਂ ਕਿ ਸਿੱਖ ਧਰਮ ਸਭ ਤੋਂ ਮਾਡਰਨ ਹੈ, ਸਾਇੰਟੀਫਿਕ ਹੈ, ਯੂਨੀਕ ਹੈ ਤੇ ਆਲ ਐਮਬ੍ਰੇਸਿੰਗ ਹੈ। ਮਾਡਰਨ ਇਸ ਕਰਕੇ ਕਿਹਾ ਜਾਂਦਾ ਕਿ ਇਹ ਸਾਰੇ, ਜੇ ਅਸੀਂ ਦੁਨੀਆ ਦੇ ਧਰਮ ਦੇਖੀਏ ਤਾਂ ਸਾਰਿਆਂ ਤੋਂ ਯੰਗੈਸਟ ਹੈਗਾ, ਜਿਸ ਦੀ 500 ਸਾਲ ਦੇ ਕਰੀਬ ਉਮਰ ਆ ਔਰ ਟਾਈਮ ਰੈਲੇਵੈਂਟ ਹੈਗਾ। ਸਮੇਂ ਦੀ ਜੋ ਮੰਗ ਹੈ ਉਸ ਮੁਤਾਬਕ ਸਾਡਾ ਇਹ ਧਰਮ ਹੈਗਾ। ਇਸ ਤੋਂ ਬਾਅਦ ਇਹ ਵੀ ਕਿਹਾ ਜਾਂਦਾ ਕਿ ਲੌਜਿਕ ਅਤੇ ਫੇਥ, ਤਰਕ ਅਤੇ ਵਿਸ਼ਵਾਸ ਇਕੱਠੇ ਨਹੀਂ ਚੱਲ ਸਕਦੇ। ਔਰ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੇ ਗੁਰੂ ਸਾਹਿਬਾਨ ਨੇ ਸਾਰੀ ਗੁਰਬਾਣੀ ਦੇ ਵਿੱਚ ਨਾ ਤਾਂ ਤਰਕ ਦਾ ਪੱਲਾ ਛੱਡਿਆ, ਨਾ ਵਿਸ਼ਵਾਸ ਦਾ ਪੱਲਾ ਛੱਡਿਆ। ਉਸ ਤੋਂ ਬਾਅਦ ਤੀਜੀ ਗੱਲ ਜਿਹੜੀ ਹੈ ਕਿ ਇਹ ਧਰਮ ਸਭ ਤੋਂ ਯੂਨੀਕ ਹੈ, ਸਭ ਤੋਂ ਵੱਖਰਾ ਹੈ, ਸਭ ਤੋਂ ਹਟਵਾਂ ਹੈ, ਸਭ ਤੋਂ ਭਿੰਨ ਹੈ। ਤਾਂ ਯੂਨੀਕ ਇਹ ਨਾ ਕੇਵਲ ਆਪਣੀ ਫਾਰਮ ਦੇ ਵਿੱਚ ਹੈ, ਕੰਟੈਂਟ ਦੇ ਵਿੱਚ ਹੈ, ਬਲਕਿ ਸਮੁੱਚੀ ਜੋ ਵਿਸ਼ਵਾਸ ਪ੍ਰਣਾਲੀ ਆ ਉਹਦੇ ਵਿੱਚ ਇਹ ਵੱਖ ਹੈ। ਚੌਥੀ ਗੱਲ ਆਲ ਐਮਬ੍ਰੇਸਿੰਗ। ਆਲ ਐਮਬ੍ਰੇਸਿੰਗ ਭਾਵ ਇਹਦੇ 'ਚ ਦੋਨੋਂ ਗੱਲਾਂ ਨੇ, ਜਿਹੜੀ ਹੈ ਫਾਦਰਹੁੱਡ ਆਫ ਗੋਡ ਹੈ ਤੇ ਬ੍ਰਦਰਹੁੱਡ ਆਫ ਮੈਨਕਾਈਂਡ ਦੀ ਗੱਲ ਕੀਤੀ ਗਈ ਆ। ਸਮੁੱਚੀ ਮਾਨਵਤਾ ਦੇ ਪਿਆਰ ਦੀ ਗੱਲ ਕੀਤੀ ਗਈ ਆ। ਸਾਧ ਸੰਗਤ ਜੀ, ਅਸੀਂ ਯਾਦ ਕਰੀਏ 15ਵੀਂ 16ਵੀਂ ਸਦੀ ਦਾ ਉਹ ਸਮਾਂ ਜਦੋਂ ਚਾਰੇ ਪਾਸੇ ਜਿਹੜਾ ਜ਼ੁਲਮ ਦਾ ਰਾਜ ਸੀ, ਜਦੋਂ ਰਾਜਿਆਂ ਦਾ ਰਾਜ ਸੀ, ਜਦੋਂ ਚਾਰੇ ਪਾਸੇ ਹਮਲਾਵਰ ਹਮਲੇ ਕਰ ਰਹੇ ਸਨ, ਉਸ ਸਮੇਂ ਸਿੱਖੀ ਦੇ ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਿੱਖੀਜ਼ਮ ਦਾ ਸੂਰਜ ਉਦੇ ਕਰਦੇ ਹਨ। ਔਰ ਉਸ ਸਮੇਂ ਦੇ ਵਿੱਚ ਐਸਟੈਬਲਿਸ਼ਮੈਂਟ ਨੂੰ, ਉਸ ਵੇਲੇ ਦੀ ਸਥਾਪਤੀ ਨੂੰ ਵੰਗਾਰਨਾ, ਚੇਤਾਵਨੀ ਦੇਣੀ, ਚੈਲੰਜ ਕਰਨਾ ਜਿਹੜੀ ਸੀ ਬਹੁਤ ਵੱਡੀ ਗੱਲ ਸੀ। ਔਰ ਉਸ ਵੇਲੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਜਦੋਂ ਕਿਹਾ ਸਰਬ ਧਰਮ ਦੋਇ ਛੁਪ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ, ਰਾਜੇ ਸ਼ੀ ਮੁਕੱਦਮ ਕੁੱਤੇ, ਉਸ ਸਮੇਂ ਦੇ ਵਿੱਚ ਇਹ ਗੱਲ ਨੂੰ ਕਹਿਣਾ ਜਿਸ ਦੇ ਨਾਲ ਸਿੱਖੀਜ਼ਮ ਦਾ, ਸਿੱਖ ਧਰਮ ਦਾ ਜਿਹੜਾ ਸੂਰਜ ਹੈ ਉਹ ਉਦੇ ਹੁੰਦਾ ਹੈ। ਔਰ ਨਾਲ ਦੀ ਨਾਲ ਗੁਰੂ ਸਾਹਿਬ ਨੇ ਇਹ ਵੀ ਕਹਿ ਦਿੱਤਾ ਸੀ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੋਰੀ ਆਓ, ਇਤ ਮਾਰਗ ਪੈਰ ਧਰੀ ਜੈ, ਸਿਰ ਦੀਜੈ ਕਾ ਨਾ ਕੀਜੈ। ਔਰ ਇਸ ਤੋਂ ਬਾਅਦ ਫਿਰ ਸੇਵਕ ਨੂੰ ਗੁਰਿਆਈ ਦੇਣੀ। ਭਾਈ ਲਹਿਣਾ ਜੀ ਗੁਰੂ ਅੰਗਦ ਦੇਵ ਜੀ ਬਣ ਕੇ ਸਾਡੇ ਸਾਹਮਣੇ ਆਉਂਦੇ ਨੇ। ਉਹਨਾਂ ਤੋਂ ਬਾਅਦ ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਪਿਤਾ, ਜਿਨ੍ਹਾਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਆਦਿ ਗ੍ਰੰਥ ਜਿਸ ਨੂੰ ਉਸ ਵੇਲੇ ਕਿਹਾ ਜਾਂਦਾ ਸੀ, ਕੰਪਾਈਲ ਕਰਕੇ ਸਿੱਖਾਂ ਨੂੰ ਉਹਨਾਂ ਦਾ ਇੱਕ ਗ੍ਰੰਥ ਦਿੱਤਾ। ਉਹਨਾਂ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਰੀ ਅਤੇ ਪੀਰੀ ਦੀਆਂ ਦੋ ਕਿਰਪਾਨਾਂ ਪਹਿਨੀਆਂ, ਜਿਹਦੇ ਵਿੱਚ ਇੱਕ ਪਾਸੇ ਸਪਿਰਿਚੁਅਲ ਪਾਵਰ ਸੀ, ਅਧਿਆਤਮਿਕ ਸ਼ਕਤੀ ਸੀ, ਦੂਜੇ ਪਾਸੇ ਜਿਹੜੀ ਸੀ ਮਿਲਟਰੀ ਪਾਵਰ ਸੀਗੀ। ਉਹਨਾਂ ਤੋਂ ਬਾਅਦ ਗੁਰੂ ਸਾਹਿਬ ਜੀ ਜਿਹੜੇ ਹਰਰਾਏ ਜੀ ਆਏ, ਗੁਰੂ ਹਰਕ੍ਰਿਸ਼ਨ ਕੇ ਆਈਏ ਜਿਸਦੇ ਸਭ ਦੁੱਖ ਜਾਏ, ਗੁਰੂ ਤੇਗ ਬਹਾਦਰ ਸਿਮਰਿਐ ਕਰ ਨੌ ਨਿਦਾਵੇ ਧਾਏ। ਤੇ ਸਿੱਖ ਧਰਮ ਆਪਣੀ ਚਰਮ ਸੀਮਾ ਤੇ ਪਹੁੰਚ ਜਾਂਦਾ ਜਦੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖਾਲਸਾ ਪੰਥ ਦੀ ਸਾਜਨਾ ਕਰ ਦਿੰਦੇ ਨੇ। ਸਮੇਂ ਦੀ ਕਮੀ ਕਰਕੇ ਮੈਂ ਥੋੜਾ ਜਿਹਾ ਤੇਜ਼ੀ ਨਾਲ ਚੱਲਾਂਗਾ, ਕਿਉਂਕਿ ਬੁਨਿਆਦੀ ਤੌਰ ਤੇ ਮੈਂ ਜਿਹੜੀ ਗੱਲ ਤੇ ਕਨਸੈਂਟਰੇਟ ਕਰਨਾ ਉਹ ਹੈ ਹਾਊ ਸਿੱਖ ਰਿਲੀਜਨ ਇਜ਼ ਡਿਫਰੈਂਟ। ਮੇਰੀ ਜਿਹੜੀ ਬੁਨਿਆਦ ਹੈ, ਮੈਂ ਦੋ ਗੱਲਾਂ ਕਰਨੀਆਂ ਨੇ। ਸਿੱਖ ਧਰਮ ਬਾਕੀ ਧਰਮਾਂ ਨਾਲੋਂ ਕਿਵੇਂ ਵੱਖ ਹੈ। ਨੰਬਰ 2, ਸਿੱਖ ਧਰਮ ਦੇ ਵਿੱਚ ਯੂਨੀਕਨੈਸ ਕੀ ਹੈ। ਨੰਬਰ ਤੀਜੀ ਗੱਲ, ਕੁਝ ਮੁੱਢਲੇ ਸਾਡੇ ਸਿਧਾਂਤ ਕੀ ਹਨ। ਦੁਨੀਆ ਦੇ ਸਿੱਖ ਰਿਲੀਜਨ ਦੇ ਵਿੱਚ ਜਿਹੜਾ ਹੈ ਸਾਰੀਆਂ ਸ਼੍ਰੇਣੀਆਂ ਨੂੰ, ਸਾਰੇ ਮਜ਼ਹਬਾਂ ਨੂੰ, ਸਾਰੇ ਲੋਕਾਂ ਨੂੰ ਜਿਹੜੀ ਹੈ ਬਰਾਬਰ ਦਾ ਸਤਿਕਾਰ ਦਿੱਤਾ ਜਾਂਦਾ। ਔਰ ਇਸ ਦੀ ਜਿਹੜੀ ਉਦਾਹਰਨ ਹੈ, ਸਭ ਤੋਂ ਵੱਡੀ ਉਦਾਹਰਨ ਸਾਡਾ ਜਿਹੜਾ ਸਭ ਕਿ ਅਸੀਂ ਜੋ ਸਾਡਾ ਧਰਮ ਹੈ ਉਹ ਸਾਰੀਆਂ ਜਾਤਾਂ ਪਾਤਾਂ ਮਜ਼ਹਬਾਂ ਤੋਂ ਕਿਤੇ ਉੱਪਰ ਹੈ। ਉਸ ਤੋਂ ਬਾਅਦ ਦੂਜੇ ਧਰਮਾਂ ਦੇ ਲੋਕ ਇਹ ਕਲੇਮ ਕਰਦੇ ਨੇ ਕਿ ਜਿਹੜੇ ਸਵਰਗ ਦੇ ਰਸਤੇ ਨੇ ਉਹ ਸਿਰਫ ਸਾਡੇ ਧਰਮ ਦੇ ਲੋਕਾਂ ਲਈ ਖੁੱਲ੍ਹੇ ਹਨ, ਤੇ ਜੇ ਕਿਸੇ ਨੇ ਇਸ ਸਵਰਗ ਦੇ ਵਿੱਚ ਜਾਣਾ ਹੈ ਤਾਂ ਉਸ ਕੋਲੇ ਜਾਣ ਦਾ ਰਸਤਾ ਸਾਡਾ ਹੈ। ਪਰ ਸਿੱਖ ਧਰਮ ਦੇ ਵਿੱਚ ਐਸੀ ਕੋਈ ਗੱਲ ਨਹੀਂ ਕਹੀ ਗਈ। ਸਿੱਖ ਧਰਮ 'ਚ ਇਹ ਕਿਹਾ ਗਿਆ that different religions
religions are only different ways to realize the God. The paths are different, but the destination is the same. Then ਦੁਨੀਆ ਦੇ ਬਹੁਤੇ ਧਰਮ ਇਹ ਕਹਿੰਦੇ ਨੇ ਕਿ ਸਾਡੇ ਗ੍ਰੰਥ ਦੇ ਵਿੱਚ ਐਬਸੋਲਿਊਟ ਜਿਹੜੀ ਟਰੁੱਥ ਹੈਗੀ ਆ, ਔਰ ਇਸ ਤੋਂ ਅੱਗੇ ਨਾ ਕੁਝ ਲਿਖਿਆ ਗਿਆ ਹੈ ਨਾ ਕੁਝ ਲਿਖਿਆ ਜਾਣਾ ਹੈ। ਪਰ ਸਿੱਖ ਧਰਮ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜਿਹੜੀ ਬੇਸਿਕ ਨੇਚਰ ਹੈ ਉਹ ਪਲੂਰਲਿਸਟਿਕ ਹੈ, ਜਿਹਦੇ ਵਿੱਚ ਸਰਬੱਤ ਦੇ ਭਲੇ ਦੀ ਗੱਲ ਕਹੀ ਗਈ ਹੈ। ਦੂਜੇ ਧਰਮਾਂ ਦੇ ਵਿੱਚ ਇਹ ਕਿਹਾ ਜਾਂਦਾ ਕਿ ਸਾਡੇ ਜਿਹੜੇ ਲੋਕ ਨੇ ਦੇ ਆਰ ਦਾ ਗॉड्स ਚੋਜ਼ਨ ਪੀਪਲ, ਪਰਮਾਤਮਾ ਦੇ ਚੁਣੇ ਹੋਏ ਲੋਕ ਹਨ। ਪਰ ਸਿੱਖ ਫਿਲਾਸਫੀ ਦੇ ਵਿੱਚ ਇਹ ਗੱਲ ਨਹੀਂ। ਸਿੱਖ ਫਿਲਾਸਫੀ 'ਚ ਇਹ ਕਿਹਾ ਜਾਂਦਾ ਕਿ ਸਾਰੇ ਲੋਕ ਇੱਕ ਪਰਮਾਤਮਾ ਸਭ ਸ਼ਕਤੀਮਾਨ ਦੀ ਸੰਤਾਨ ਹਨ। ਔਰ ਲੰਗਰ ਪ੍ਰਥਾ ਜਿਹੜੀ ਅਸੀਂ ਸਭ ਚਲਾਉਂਦੇ ਹਾਂ ਉਹ ਇਸ ਗੱਲ ਦੀ ਬਹੁਤ ਵੱਡੀ ਉਦਾਹਰਨ ਹੈ ਕਿ ਉਹਦੇ ਵਿੱਚ ਕੋਈ ਗੋਰਾ ਹੈ, ਕੋਈ ਕਾਲਾ ਹੈ, ਕੋਈ ਭੂਰਾ ਹੈ, ਕੋਈ ਕਿਸੇ ਵੀ ਜਾਤ ਮਜ਼ਹਬ ਜੋਗਰਾਫੀ ਦਾ ਹੈ, ਸਭ ਲਈ ਸਾਡਾ ਲੰਗਰ ਜਿਹੜਾ ਹੈ ਖੁੱਲ੍ਹਾ ਹੈ। ਦੁਨੀਆ ਦੇ ਬਾਕੀ ਧਰਮਾਂ ਦੇ ਵਿੱਚ ਕਿਹਾ ਜਾਂਦਾ ਕਿ ਜਿਹੜਾ ਸਾਡਾ ਪ੍ਰੋਫਿਟ ਹੈ ਉਹ ਇਨਕਾਰਨੇਸ਼ਨ ਆਫ ਗॉड ਹੈ, ਜਾਂ ਸਨ ਆਫ ਗॉड ਹੈ, ਜਾਂ ਗॉड ਦਾ ਮੈਸੇਂਜਰ ਹੈ। ਔਰ ਸਾਡੇ ਗੁਰੂ ਸਾਹਿਬਾਨ ਨੇ ਕਦੇ ਵੀ ਇਹੋ ਜਿਹਾ ਕਲੇਮ ਨਹੀਂ ਕੀਤਾ, ਬਲਕਿ ਉਹਨਾਂ ਨੇ ਕਿਹਾ ਕਿ ਅਸੀਂ ਇਸ ਪਰਮ ਪੁਰਖ ਦੇ ਭੇਜੇ ਹੋਏ ਉਸ ਸਭ ਸ਼ਕਤੀਮਾਨ ਦੇ ਭੇਜੇ ਹੋਏ ਇਨਸਾਨ ਹਾਂ ਜਿਨ੍ਹਾਂ ਨੇ ਸਹੀ ਰਸਤੇ ਉੱਤੇ ਤੋਰਨਾ ਹੈ। ਔਰ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਕਿਹਾ ਸੀ, ਮੈਂ ਹੂੰ ਪਰਮ ਪੁਰਖ ਕੋ ਦਾਸਾ ਦੇਖਣ ਆਇਓ ਜਗਤ ਤਮਾਸ਼ਾ। ਔਰ ਉਸ ਤੋਂ ਬਾਅਦ ਜਿਹੜੀ ਕਮਾਲ ਦੀ ਗੱਲ ਇਹ ਹੈ ਕਿ ਬਾਕੀ ਸਾਰੇ ਧਰਮਾਂ ਦੇ ਵਿੱਚ ਪ੍ਰੇਅਰ ਦਾ ਕੋਈ ਸਮਾਂ ਹੋਏਗਾ, ਕੋਈ ਸਥਾਨ ਹੋਏਗਾ, ਕਿਸੇ ਮਿਡਲਮੈਨ ਦੀ ਜ਼ਰੂਰਤ ਜਿਹੜੀ ਹੈ ਤੁਹਾਨੂੰ ਵਿੱਚ ਪਏਗੀ। ਪਰ ਸਿੱਖ ਧਰਮ ਦੇ ਵਿੱਚ ਕੋਈ ਸਾਨੂੰ ਵਿਚੋਲੇ ਦੀ ਲੋੜ ਨਹੀਂ, ਕੋਈ ਮਿਡਲਮੈਨ ਦੀ ਲੋੜ ਨਹੀਂ, ਕੋਈ ਪ੍ਰੇਅਰ ਦਾ ਐਸਾ ਸਮਾਂ ਨਿਸ਼ਚਿਤ ਨਹੀਂ। ਅਸੀਂ ਕਿਸੇ ਵੀ ਸਮੇਂ ਕਿਸੇ ਵੀ ਸਥਾਨ ਦੇ ਉੱਤੇ ਪ੍ਰੇਅਰ ਕਰ ਸਕਦੇ ਹਾਂ। ਸਿੱਖ ਧਰਮ 'ਚ ਤਾਂ ਇੱਥੋਂ ਤੱਕ ਵੀ ਕਿਹਾ ਗਿਆ ਹੈ, ਬਿਨ ਬੋਲਿਆ ਸਭ ਕੁਝ ਜਾਣਦਾ ਕਿਸ ਆਗੇ ਕੀਚੈ ਅਰਦਾਸ। ਦੈਨ ਅਗਲੀ ਜਿਹੜੀ ਮੈਂ ਗੱਲ ਤੁਹਾਡੇ ਨਾਲ ਕਰਨੀ ਆ ਉਹ ਹੈ ਸਿੱਖ ਸਕ੍ਰਿਪਚਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਯੂਨੀਕਨੈਸ ਦੀ। ਸਭ ਤੋਂ ਪਹਿਲਾ ਜਿਹੜਾ ਯੂਨੀਕਨੈਸ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਕਿ ਦੂਜੇ ਸਕ੍ਰਿਪਚਰਸ ਦੇ ਵਾਂਗ the Sikh scripture was not only prepared during the lifetime of its exponents but by the exponents themselves। ਸਾਡੇ ਗੁਰੂ ਸਾਹਿਬਾਨ ਨੇ ਖੁਦ ਇਸ ਨੂੰ ਰਚਿਆ ਹੈ। ਬਾਕੀ ਦੁਨੀਆ ਦੇ ਸਾਰੇ ਧਰਮ ਉਹਨਾਂ ਤੋਂ ਬਾਅਦ ਉਹਨਾਂ ਦੇ ਪੈਰੋਕਾਰਾਂ ਦੁਆਰਾ ਰਚੇ ਗਏ ਨੇ। ਇਹ ਇੱਕੋ ਇੱਕ ਦੁਨੀਆ ਦਾ ਗ੍ਰੰਥ ਹੈ ਜਿਹੜਾ ਗੁਰੂ ਸਾਹਿਬ ਨੇ ਜਿਸ ਦੀ ਸਿਰਜਣਾ ਆਪ ਕੀਤੀ ਹੈ। ਬਹੁਤ ਵੱਡੇ ਅੰਗਰੇਜ਼ ਵਿਦਵਾਨ ਹੋਏ ਨੇ ਮੈਕਲਫ, ਉਹ ਲਿਖਦੇ ਨੇ ਕਿ ਜਿਹੜਾ ਸਿੱਖ ਰਿਲੀਜਨ ਹੈ ਇਹ ਆਪਣੀ ਅਥੈਂਟਿਸਿਟੀ ਕਰਕੇ ਹੀ ਦੁਨੀਆ ਦਾ ਸਭ ਤੋਂ ਬਿਹਤਰੀਨ ਸਕ੍ਰਿਪਚਰ ਹੈ। ਬਹੁਤ ਵੱਡੀ ਗੱਲ ਹੈ ਕਿ ਆਪਣੀ ਅਥੈਂਟਿਸਿਟੀ ਕਰਕੇ ਹੀ ਇਹ ਦੁਨੀਆ ਦਾ ਸਭ ਤੋਂ ਬਿਹਤਰੀਨ ਸਕ੍ਰਿਪਚਰ ਹੈ। ਅਥੈਂਟਿਸਿਟੀ ਇਸ ਕਰਕੇ ਹੈ ਕਿਉਂਕਿ ਇਸ ਨੂੰ ਰਚਿਆ ਸਾਡੇ ਗੁਰੂ ਸਾਹਿਬਾਨ ਨੇ ਆਪ ਹੈ। ਸਾਡੇ ਪਾਸ ਕੋਈ ਵੀ ਸੈਕਿੰਡ ਹੈਂਡ ਸਕ੍ਰਿਪਟ ਜਿਹੜੀ ਹੈ ਸਕ੍ਰਿਪਟ ਜਾਂ ਰਾਈਟਿੰਗ ਨਹੀਂ ਹੈ। ਜੋ ਗੁਰੂ ਸਾਹਿਬਾਨ ਨੇ ਰਚਿਆ ਉਹੀ ਸਾਡੇ ਪਾਸ ਸਿੱਧੇ ਤੌਰ ਤੇ ਆਇਆ ਹੈ। ਦੂਜੀ ਗੱਲ ਜਿਹੜੀ ਯੂਨੀਕਨੈਸ ਹੈ ਕਿ ਇੱਕੋ ਇੱਕ ਧਰਮ ਗ੍ਰੰਥ ਹੈ ਜਿਹਦੇ ਵਿੱਚ ਨਾ ਕੇਵਲ ਸਿੱਖ ਗੁਰੂਜ਼ ਦੀ ਬਾਣੀ ਆ ਬਲਕਿ ਬਾਕੀ ਮੁਸਲਿਮ, ਹਿੰਦੂ ਭਗਤਾਂ ਔਰ ਭੱਟਾਂ ਦੀ ਬਾਣੀ ਵੀ ਸ਼ਾਮਲ ਹੈ। ਇਸ ਕਰਕੇ ਇਹ ਨੇਚਰ ਸੈਕੂਲਰ ਹੈ, ਮਤਲਬ ਸਿੱਖ ਗ੍ਰੰਥ ਤੋਂ ਉੱਤੇ ਦੁਨੀਆ 'ਚ ਕੋਈ ਧਰਮ ਨਿਰਪੱਖ ਗ੍ਰੰਥ ਨਹੀਂ ਹੋ ਸਕਦਾ। ਬਾਕੀ ਸਾਰੇ ਗ੍ਰੰਥਾਂ ਦੇ ਵਿੱਚ ਜੋ ਬਾਣੀ ਦਾ ਵਰਣਨ ਹੈ ਉਹ ਉਸ ਮਜ਼ਹਬ ਨਾਲ ਸੰਬੰਧਿਤ ਲੋਕਾਂ ਦੀ ਬਾਣੀ ਹੈਗੀ ਆ। ਗੁਰੂ ਗ੍ਰੰਥ ਸਾਹਿਬ ਵਿੱਚ ਜਿਸ ਤਰ੍ਹਾਂ ਅਸੀਂ ਜਾਣਦੇ ਆ 6 ਗੁਰੂ ਸਾਹਿਬਾਨ ਦੀ ਬਾਣੀ ਦਰਜ ਹੈ, 15 ਹਿੰਦੂ ਅਤੇ ਮੁਸਲਮਾਨ ਜਿਹੜੇ ਭਗਤ ਨੇ ਉਹਨਾਂ ਦੀ ਬਾਣੀ ਦਰਜ ਹੈ ਸੇਂਟਸ ਦੀ, 4 ਗੁਰਸਿੱਖਾਂ ਦੀ ਬਾਣੀ ਦਰਜ ਹੈ ਔਰ 11 ਭਗਤ ਜਿਨ੍ਹਾਂ ਨੂੰ ਅਸੀਂ ਬ੍ਰਾਹਮਣ ਕਹਿੰਦੇ ਹਾਂ, ਗਿਆਨਵਾਨ ਬ੍ਰਾਹਮਣ ਕਹਿੰਦੇ ਹਾਂ, ਉਹਨਾਂ ਦੀ ਬਾਣੀ ਦਰਜ ਹੈ। ਔਰ being common to all mankind, ਸਾਰੀ ਮਾਨਵਤਾ ਨੂੰ ਜਿਹੜਾ ਹੈ ਇਸ ਦਾ ਸੰਦੇਸ਼ ਖੁੱਲ੍ਹਾ ਹੈ। ਕੋਈ ਵੀ ਇਸ ਨੂੰ ਪੜ੍ਹ ਸਕਦਾ ਹੈ, ਇਸ ਤੋਂ ਆਪਣਾ ਮਾਰਗਦਰਸ਼ਨ ਲੈ ਸਕਦਾ ਹੈ।
तीजी यूनीकनेस, तीजा जिहड़ा वखरेवा दुनिया के धर्मां नालों हैगा, इट हैज़ ए यूनीवर्सल अपील एंड द मैसेज इट कंटेन्स इज फॉर द होल मैनकाइंड एंड नॉट फॉर एनी पर्टिकुलर क्लास और क्रीड। साहिब श्री गुरु ग्रंथ साहब जी का जिहड़ा संदेश है समुची मानवता लई है, विश्व की अगवाई करने वाला है। बाकी ग्रंथां की जो असीं गल करते हैं तो उन्हां दा जिहड़ा संदेश है वो किसी खास थां ते सीमित है। मोरओवर इट डज नॉट कंटेन एनी इमेजिनरी स्टोरीज और अकाउंट्स ऑफ बैटल्स और वार्स। कोई काल्पनिक कथा कहानियां गुरु ग्रंथ साहब दे विच दर्ज नहीं, बल्कि समुची जीवन जाच, जीवन दर्शन, जीवन फलसफा जिहड़ा है वो गुरु ग्रंथ साहब दे विच सानूं दिता होया है। ते जिहड़ियां ट्रुथ्स ने वो ऐसियां ट्रुथ्स हैगियां ने जिहड़ियां सानूं स्पिरिचुअली, मॉरली, सोशली स्ट्रैंथन करदियां ने। मतलब साडे समाजिक पक्ष नूं भी मजबूत करदियां ने, साडे अध्यात्मक पक्ष नूं भी मजबूत करदियां ने, साडे नैतिक पक्ष नूं भी जिहड़ा है वो मजबूत करदियां ने। अगली कमाल की गल जिहड़ी गुरु ग्रंथ साहब दे विच है बाकी किते नहीं, बाकी सारे थावां ते मैं दा जिक्र आएगा। मैं परमात्मा दा भेजिया होया हाँ, मैं आप नूं ये दसना है, मैं इस तरह कर सकता हाँ, मेरे कोले ये ज्ञान है। पर साहिब श्री गुरु ग्रंथ साहब दे विच आई शब्द जिहड़ा है वो मिसिंग है किते। उस रूप च आई शब्द का वर्णन नहीं, इहदे विच आई दा जिहड़ा स्थान है वो यू ने लिया है। सारे सोले जिहड़े गाए गए ने परमात्मा दे गाए गए ने, अकाल पुरख वाहिगुरू की जिहड़ी उपमा ते महिमा जिहड़ी है कीती गई है। किते नहीं ये कहा गया कि गुरु साहिबान का किते जिक्र नहीं मिलेगा कि मैनू फलां फलां शक्तियां दे के भेजा गया है, मेरे को यह जो असीम मिरेकल करने की शक्ति है वो किते भी नहीं होएगी। और सारे का सारा गुरु ग्रंथ साहब वर्ष के विच लिखा है, भाव रागां दे विच रागवत गुरु साहब ने कीता है। इन्हां सच्चाइयां नूं, इस जीवन फलसफे नूं रागां दे विच बन के रचना होर भी बहुत वड्डी कमाल की गल है, जिसनूं असीं म्यूजिकल इंस्ट्रूमेंट्स के द्वारा गायन कर सकते हैं। दैन सारे गुरु ग्रंथ साहब दे विच महिमा कीती है सिर्फ सुप्रीम लॉर्ड की कीती गई है, सब शक्तिमान परमात्मा की कीती गई है। किसी इंडिविजुअल की कोई महिमा नहीं, किसी कोई डेमी गॉड जिहड़े ने उन्हां दी कोई महिमा नहीं। अगली कमाल की गल कि गुरु ग्रंथ साहब जो साडा मार्गदर्शन करते हैं वो इस लाइफ दे विच भी करते हैं, इस संसार दे विच भी साडा जीवन मार्ग करते हैं, और जिहड़ा साडा पार दा संसार है, जिहड़ा साडा अध्यात्मवाद दा संसार है उहदे विच भी साडा मार्गदर्शन करते हैं। सो मीनस एवरी स्टैप ऑफ लाइफ, एट एवरी वॉक ऑफ लाइफ, जम्मण तो लैके मरण तक का कोई भी इहो जिहा पहलू नहीं जिहदे उत्ते सानू गुरु साहब ने साडा मार्गदर्शन ना कीता होवे। दैन जिहड़ी होर एक यूनीकनेस है कि दुनिया दे विच सिर्फ ते सिर्फ इको धार्मिक ग्रंथ है जिसनूं लिविंग गुरु का दर्जा दिता गया। शब्द गुरु, लिविंग गुरु का दर्जा सिर्फ ते सिर्फ गुरु ग्रंथ साहब नूं मिलिया है। शब्द गुरु का दर्जा दे के सानूं ये कहा गया कि तुसीं इस तो ही इंस्पिरेशन लेनी है, इस तो ही अगवाई लेनी है। और शब्द तो अगवाई तो वड्डी धारना दुनिया दे विच नहीं, क्योंकि शब्द का जो असीं होर विस्तार करते हैं तो शब्द का विस्तार है ज्ञान, अध्यात्मक ज्ञान। और गुरु साहब ने सानू ज्ञान प्राप्ति के उत्ते ही जोर दिता कि असीं इको एक अपना कार्य की करना, खोजी उपजे वादी दिन से। उपजना किने आ? खोजी ने, जिहड़ा ज्ञान के रस्ते उत्ते तुरिया होया उसने उपजना है। और एक होर यूनीकनेस जिहड़ी है कि असीं गुरु ग्रंथ साहब जी का पाठ किसी भी समय किसी भी स्थान पर कर सकते हाँ। कोई समा सीमा का बंधन नहीं कि तुसीं ये चीज़ शाम नूं ही करनी है, दोपहर ही करनी है या फलाने समय ही करनी है, क्योंकि सारे समय नूं जिहड़ा है गुरु साहब ने कहा तितवार ना जोगी जाने दुध महाना कोई, जो करता सिद्धि को साजे आपे जाना है। सो ये तो सी यूनीकनेस की गल। दैन कुछ बेसिक्स जिहड़े ने मैं 5-7 मिनटां साझे करांगा। बेसिक्स ऑफ सिख फिलोसफी एंड वे ऑफ लाइफ।
सब तो पहला साडा सिद्धांत है एक परमात्मा च विश्वास। वो परमात्मा जिहड़ा ओमनी प्रेजेंट है, जिहड़ा ओमनी पोटेंट है, जिहड़ा ओमनी शाइंट है, भाव सर्व शक्तिमान, जिहड़ा सर्व थां दे उत्ते है, कण कण दे विच वसदा है, फॉर्मलैस है। और सानू गुरु साहब ने जिहड़ा जानना दिता कि असी की करना कि परमात्मा नू अपने अंदरों खोजना। साडे अंदर जिहड़ा है समाया होया है, सब कुछ घर में, बाहर नहीं, बाहर टोले सो परम भला। मतलब बाहरी रस्तियां दे नाल नाल सानू जिहड़ा सुचेत की कीता कि असी की करना, अपने अंदर नू फरोलना। क्योंकि जिन्ना चिर अंदर नू मन नू विदिन दा जाके असी अपनी पहचान नहीं करते, उन्ना चिर साडा मन जिहड़ा है वो पाक पवित्र मुकद्दस अवस्था चो जांदा होया उस सच्चे सतगुर नाल नहीं जुड़ सकता। सो खोज की नहीं करनी आ, अपने मन नू खोजण दी गल असी कही गई आ। और असी जिस तरह भाई साहब कह रहे सी कि एक सिख ने अगवाई भी किसों लेनी आ, एक सिख ने अगवाई सिर्फ ते सिर्फ गुरु ग्रंथ साहब तो लेनी। दैन अगले जिहड़ा सिद्धांत सानू दिता कि असी ना कोई बुत पूजा करनी है, ना कोई फजूल किस्म के जो रस्मों रिवाज ने उन्हां नाल जुड़ना, बल्कि एक सिख नूं एक सादा जीवन, एक स्ट्रेट फॉरवर्ड जीवन जिहड़ा है वो जीवन लई कहा गया। साध संगत जी, जे असीं याद करिए गुरु नानक साहब ना कोई पादरी सन और ना ही कोई वो एजुकेशन या बाय बर्थ राही जिहड़ा पादरी बने, ना ही किसी ऐसे परिवार चों आए, बल्कि गुरु ग्रंथ साहब की जिहड़ी बाणी गुरु नानक साहब ने रची वो उन्हां दा जिहड़ा स्पिरिचुअल विजन सी, उन्हां दी जिहड़ी अध्यात्मक दृष्टि सी, जो उन्होंने लॉफ्टीएस्ट आइडियल सीगे, उन्होंने दे जरिए उन्होंने अपनी बाणी रची। और इसे करके उन्होंने कहा कि जोग ना भगमी कपड़ी, जोग ना मैले देश, नानक घर बैठिया जोग पाइया सतगुर के उपदेश। दैन तीन प्रिंसीपल जिहड़े सिद्धांत सानू दिते, किरत करो, नाम जपो ते वंड छो। और कमाल की गल फिर यह कही आ कि जिहड़ा वंडना हैगा बेईमानी दे धन चों नहीं वंडना, हेरा फेरियां दे धन चों नहीं वंडना, ऑनेस्टी नाल, ईमानदारी नाल, अपनी नेक नीति नाल जो अपनी जिम्मेवारियां ने, ड्यूटीज़ ने, उन्हां नूं करते हुए फिर असीं वंडना है। काल खाए किछ हथों दे, नानक राह बचना। हथों केड़ा देना? बेईमानी वाला नहीं। काल खाए किछ हथों दे, जिहड़ी कमाई किवें कीती आ, मेहनत नाल कीती आ, मुशक्कत दे नाल जिहड़ी कमाई कीती आ, ईमानदारी नाल जिहड़ी कमाई कीती आ, नेक नीति नाल जिहड़ी कमाई कीती आ, उस दे विचों असीं अगे कुछ वंडना हैगा। ऑनेस्ट, ट्रुथफुल एंड अपराइटियस लाइफ जिउणी है। और फिर हिपोक्रेसी तो मुक्त रखिया, प्राइड, एरोगेंस, असी जा के इशनान तो कर आइए पर मन जिहड़ा है मैला रहे। गुरु साहब ने उसकी रज के निंदा की आ, साध भले अनात्या होर से चोरा चोर, या फिर तीर्थ नाता क्या करे मन मह मैल गुमान, दुर्बिन किन समझाई है मन राजा सुल्तान। सो गुरु साहब ने हिपोक्रेसी तो, एरोगेंस तो, हौमे तो, हंकार तो सानू परे रखण दा कहा। ते जिंदगी दे विच जिथे असीं बाकी कार्य करने ने, उत्थे सर्विस नूं वे ऑफ लाइफ बनाना है। सेवा साडे जीवन का प्रमुख हिस्सा होनी चाहिए। सेवा करत होए नहकामी, तिसको होत प्राप्त स्वामी, या फिर विच दुनिया सेव कमाई है तां दरगाह बैसन पाई। Then intoxicants, shunning all types of intoxicants, bad food, bad company and bad habits। बुरी संगत, बुरे पदार्थ और बुरा जो वातावरण है वो असी छड्डना है। जित पीते बद दूर होए असी सारे जानते हैं। दैन चरित्र की गल बहुत वड्डे रूप च कही गई है कि सानू अपना चरित्र जिहड़ा है बहुत उचेरा रखना पएगा, बहुत उच्चा सुच्चा रखना पएगा। घर की नार त्यागे अंधा, पर नारी से काले धंधा। दैन एक
सिद्धांत मन की जित, जिस तरह मैं पहला गल कर रहा सी, मन नूं राजा आख्या गया, मन नूं सुल्तान आख्या गया, और फिर नाल ही नाल ये भी कहा गया कि जिन्ना चिर असी अपने जिहड़े पैशनस ने, लस्ट है, एंगर है, ग्रीड है, टू मच अटैचमेंट, बहुत ज़्यादा लगाव है, जिन्ना चिर असी इन्हां तो मुक्ति नहीं पाउंदे उन्ना चिर जिहड़ा है असी अपने मन नूं सतगुर नाल नहीं जोड़ सकते। मन जीता है जग जी। दैन एक होर जिहड़ा सिद्धांत है जिहड़ा दुनिया 'च शायद किते भी दिखाई नहीं दिंदा, गृहस्थ दे विच और बड़े सादे ढंग नाल प्रेयर करते हुए जीवन जिउंदे हुए, पदार्थिक जीवन जिउंदे हुए, गृहस्थ जीवन जिउंदे हुए, समाज 'च रहिंदे हुए, समाज 'चों तोड़िया नहीं, जंगलों 'च जाण की गल नहीं कही, भटकना की गल नहीं कही, टुट के दूर जाके बहन की गल नहीं कही, बल्कि कहा नानक सतगुर भेटिया पूरी होवै जुगत, हसंदियां खलंदियां पहनंदियां खांदियां विचे होवै मुक्त। मतलब की है कि असी जे जोगी भी होना, काच होना, घर च रह के जोगी होना, गृहस्थ च रह के जोगी होना, अपने काम कारां च जुड़ के ही जोगी होना। इस करके पहले नंबर ते किरत नूं रखिया। जो असीं गल करते हैं ना सिद्धांत की, किरत करो नाम जपो वंड छको, पहले नंबर के उत्ते किरत नूं, काम नूं जिहड़ा है साडे धर्म दे विच रखिया गया। दैन सारे जिहड़े लोग ने इको पिता की संतान, एक पिता एक के हम बारिक तू मेरा गुरहाई। दैन नेचर के नाल इन ट्यून रहना, नेचर की जिहड़ा है सत्कार असी करना हैगा। फिर उस तो बाद जे असी साडे ब्याह की जिहड़ी है रस्म की गल करिए, बहुत पवित्र जिहड़ा है रिश्ता साडे ब्याह का जिहड़ा है सानूं मिलिया है। और जदों असीं कहने एक जोत दोए मूर्ति धन फिर कई आसो। सो बुनियादी तौर पर खालसा जी जे मैं गल कहा कि जिहड़ा सिख धर्म साडा है बहुत व्यवहारिक धर्म है, जिहदे विच सानूं दुनिया तो टुटण की कोई लोड़ नहीं, समाज तो दूर जाण की कोई लोड़ नहीं, समाज तो वखरे होने की लोड़ नहीं। असीं परिवार विच रहंदे होए, घर च रहंदे होए, जिहड़ा है संगत च रहंदे होए जोगी होना है, उस सतगुर दे नाल जुड़ना है। इन्नियां बेनतियां करदा होया खिमा दा जाचक हां, कोई भी गलती होवे संगत माफ़ करे। वाहिगुरू जी का खालसा, वाहिगुरू जी की फतेह।